ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੇ ਤੁਸੀਂ ਦੇਖ ਰਹੇ ਹੋ ਗੁੱਡ ਮਾਰਨਿੰਗ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਅਨੁਬੀਰ ਤੇ ਬੁਲੇਟਿਨ ਦਾ ਆਗਾਜ਼ ਕਰਾਂਗੇ ਇਸ ਵੇਲੇ ਦੀ ਅਹਿਮ ਖਬਰ ਦੇ ਨਾਲ। ਪੀਐਮ ਮੋਦੀ ਦੇ ਵੱਲੋਂ ਦੇਸ਼ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪੀਐਮ ਨੇ ਖਾਦ ਦੇ ਰੇਟਾਂ ਨੂੰ ਲੈ ਕੇ ਬਹੁਤ ਹੀ ਵੱਡਾ ਫੈਸਲਾ ਲਿਆ ਹੈ। ਹੁਣ ਖਾਦ ਪੁਰਾਣੇ ਭਾਅ ਤੇ ਮੁਹੱਈਆ ਕਰਾਈ ਜਾਵੇਗੀ। ਪਹਿਲਾਂ ਡੀਏਪੀ ਖਾਦ ਦੇ ਇੱਕ ਬੋਰੇ ਦੀ ਕੀਮਤ 2400 ਰੁਪਏ ਕਰ ਦਿੱਤੀ ਗਈ ਸੀ, ਪਰ ਹੁਣ ਪੀਐਮ ਮੋਦੀ ਦੇ ਐਲਾਨ ਤੋਂ ਬਾਅਦ ਡੀਏਪੀ ਖਾਦ ਦਾ ਬੋਰਾ 1200 ਰੁਪਏ ਦੇ ਵਿੱਚ ਹੀ ਮਿਲੇਗਾ। ਇਹ ਜਾਣਕਾਰੀ ਪੀਐਮ ਮੋਦੀ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਡੀਏਪੀ ਖਾਦ ਦੇ ਜਿਹੜੇ ਬੋਰੇ ਦੀ ਕੀਮਤ ਸੀ 2400 ਰੁਪਏ ਕਰ ਦਿੱਤੀ ਗਈ ਸੀ, ਪਰ ਹੁਣ ਪੀਐਮ ਮੋਦੀ ਨੇ ਟਵੀਟ ਕੀਤਾ ਹੈ ਕਿ ਡੀਏਪੀ ਖਾਦ ਦਾ ਬੋਰਾ 1200 ਰੁਪਏ ਦੇ ਵਿੱਚ ਮਿਲੇਗਾ। किसानों के हित में प्रधानमंत्री जी ने डीएपी पर आज 15,000 करोड़ रुपए की अतिरिक्त सब्सिडी देने का जो ऐतिहासिक निर्णय किया है, उसके लिए मैं माननीय प्रधानमंत्री नरेंद्र मोदी जी का किसानों की ओर से आभार प्रकट करता हूँ। देखो, जो सब्सिडी बढ़ाई है ये वो था कि फर्टिलाइजर के रेट बहुत बढ़ गए थे, 1200 रुपये से और 1900 रुपये तक के रेट हो गए थे, और ये किसान संगठन के परिसर में हुआ। और हम तो भारत सरकार को ये कह रहे हैं कि जो उन्होंने 3 कानून जो लेकर आ रही है उनको भी वापसी ले लें। जो एमएसपी पे कानून बनाने की बात कर रहे हैं तो वो भी ले लें, हम तो धन्यवाद कर देंगे सरकार का। ਤੇ ਕੈਪਟਨ ਤੇ ਸਿੱਧੂ ਦੇ ਵਿਚਾਲੇ ਤਲਖੀ ਲਗਾਤਾਰ ਜਾਰੀ ਹੈ। ਕੈਪਟਨ ਖਿਲਾਫ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਟਵੀਟ ਕੀਤਾ। ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਨਸ਼ੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਬੇਅਦਬੀ ਮਾਮਲੇ ਦੇ ਵਿੱਚ ਕੋਈ ਐਕਸ਼ਨ ਲਿਆ ਗਿਆ ਹੈ। ਇੱਥੋਂ ਤੱਕ ਕਿ ਬਿਜਲੀ ਖਰੀਦ ਸਮਝੌਤੇ ਤੇ ਵਾਈਟ ਪੇਪਰ ਵੀ ਨਹੀਂ ਲਿਆਂਦਾ ਗਿਆ। ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਬਚਾਉਣ ਲਈ ਆਪਣੇ ਹੀ ਸਾਥੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਸਿੱਧੂ ਨੇ ਮੁੜ #2575 ਲਿਖ ਕੇ ਵੀ ਕੈਪਟਨ ਤੇ ਤੰਜ ਕੱਸਿਆ। ਤੇ ਨਵਜੋਤ ਸਿੰਘ ਸਿੱਧੂ ਉੱਤੇ ਅਕਸਰ ਹਮਲਾ ਬੋਲਣ ਵਾਲੇ ਮਨਦੀਪ ਸਿੰਘ ਮੰਨਾ ਨੇ ਫਿਰ ਸਵਾਲ ਚੁੱਕੇ ਨੇ। ਕਿਹਾ ਜੇਕਰ ਸਿੱਧੂ ਕੋਈ ਘੁਟਾਲਾ ਨੇ ਨਹੀਂ ਕੀਤਾ ਤਾਂ ਵਿਜੀਲੈਂਸ ਆਫਿਸ ਵਿੱਚ ਜਾ ਕੇ ਉਹ ਜਵਾਬ ਦੇਣ, ਨਹੀਂ ਤਾਂ ਲੋਕਾਂ ਨੂੰ ਝੂਠੇ ਸੁਪਨੇ ਵਿਖਾਉਣਾ ਬੰਦ ਕਰਨ। ਦਰਅਸਲ ਮੰਨਾ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਘਰ ਮਿਲਣ ਲਈ ਪਹੁੰਚੇ ਸਨ, ਪਰ ਸਿੱਧੂ ਦੇ ਸੁਰੱਖਿਆ ਮੁਲਾਜ਼ਮਾਂ ਨੇ ਇਹ ਕਹਿ ਕੇ ਅੰਦਰ ਨਹੀਂ ਆਉਣ ਦਿੱਤਾ ਕਿ ਸਿੱਧੂ ਘਰ ਦੇ ਵਿੱਚ ਨਹੀਂ ਹੈ। ਇਸ ਤੋਂ ਬਾਅਦ ਮੰਨਾ ਨੇ ਬਾਹਰ ਖੜੇ ਹੋ ਕੇ ਸਿੱਧੂ ਅਤੇ ਪੰਜਾਬ ਸਰਕਾਰ ਨੂੰ ਜੰਮ ਕੇ ਲਤਾੜਿਆ। ਜਾਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਸਰੈਂਡਰ ਕਰ ਦਿਓ ਤੇ ਜਾਂ ਉਹਦੇ ਨਾਲ ਫਾਈਟ ਕਰੋ। ਮੈਨੂੰ ਤੀਜਾ ਹੱਲ ਦੱਸ ਦਿਓ ਤੁਹਾਡੇ ਕੋਲ ਕੀ ਹੈਗਾ। ਫਿਰ ਕਰਨਾ ਕਿਉਂ ਨਹੀਂ ਚਾਹੁੰਦੇ? ਆਪਣੀ ਪਾਰਟੀ ਤੁਸੀਂ ਬਣਾ ਨਹੀਂ ਰਹੇ, ਦੂਜੀ ਪਾਰਟੀ ਤੁਹਾਨੂੰ ਕੋਈ ਝੱਲ ਨਹੀਂ ਰਹੇ, ਫਿਰ ਸਾਨੂੰ ਪੰਜਾਬੀਆਂ ਨੂੰ ਗੁੰਮਰਾਹ ਕਿਉਂ ਕਰਦੇ ਹੋ? ਤੁਸੀਂ ਕਰਨਾ ਕੀ ਚਾਹੁੰਦੇ ਹੋ? ਮੈਂ ਇਹੀ ਪੁੱਛਣ ਇਹਨਾਂ ਨੂੰ ਆਇਆ ਸੀ, ਔਰ ਬੜੇ ਪਿਆਰ ਨਾਲ, ਮੈਂ ਕੋਈ ਮਾੜਾ ਲਫ਼ਜ਼ ਨਹੀਂ ਇਹਨਾਂ ਵਾਸਤੇ ਵਰਤਣਾ। ਇਹਨਾਂ ਦੇ ਘਰ ਬਾਹਰ ਖੜਾ ਵਾਂ। ਇੱਕ ਮਤਲਬ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਮਨ 'ਚ ਕੀ ਹੈ, ਤੁਸੀਂ ਕਰਨਾ ਕੀ ਚਾਹੁੰਦੇ ਤੇ ਹੋਣਾ ਕੀ ਹੈ। ਅੱਜ ਅਸੀਂ ਪੰਜਾਬੀ ਸਾਰੇ ਝਾਕ ਲਾ ਕੇ ਬੈਠੇ, ਅੱਜ ਤੁਸੀਂ ਵੀ ਇੱਥੇ ਮੌਕੇ ਦੇ ਉੱਤੇ ਪਹੁੰਚ ਗਏ ਹੋ ਸਾਰੇ ਜਾਣੇ, ਕਿ ਸਿੱਧੂ ਸਾਹਿਬ ਦਾ ਅਗਲਾ ਸਟੈਪ ਕੀ ਹੋਣਾ। ਤੇ ਪੰਜਾਬ ਦੇ ਵਿੱਚ ਬੇਅਦਬੀ ਮਾਮਲੇ ਤੇ ਸਿਆਸਤ ਗਰਮਾਈ ਹੋਈ ਹੈ ਤੇ ਇਸੇ ਮੁੱਦੇ ਤੇ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਰਮਿੰਦਰ ਢੀਂਡਸਾ ਦਾ ਕਹਿਣਾ ਹੈ ਕਿ ਸੀਐਮ ਕੈਪਟਨ ਅਤੇ ਬਾਦਲ ਆਪਸ ਦੇ ਵਿੱਚ ਮਿਲੇ ਹੋਏ ਨੇ ਤੇ ਬੇਅਦਬੀਆਂ ਤੇ ਇਨਸਾਫ ਦੀ ਥਾਂ ਇੱਕ ਦੂਜੇ ਦਾ ਪੱਖ ਪੂਰਿਆ ਜਾ ਰਿਹਾ ਹੈ। ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਰਹੇ, ਹੋਮ ਮਿਨਿਸਟਰ ਅੱਜ ਕੈਪਟਨ ਅਮਰਿੰਦਰ ਸਿੰਘ ਨੇ। ਕੀ ਉਹ ਇਹ ਕਹਿ ਦੇਣ ਵੀ ਉਹਨਾਂ ਦੀ ਪੁਲਿਸ ਨੂੰ ਪਤਾ ਨਹੀਂ ਸੀ ਵੀ ਕੌਣ ਨੇ ਦੋਸ਼ੀ ਨੇ? ਇੱਕ ਗੱਲ ਕਹਿ ਦੇਣ ਵੀ ਸਾਡੀ ਪੁਲਿਸ ਨੂੰ ਪਤਾ ਨਹੀਂ ਕੌਣ ਦੋਸ਼ੀ ਨੇ, ਤਾਂ ਫਿਰ ਅਸੀਂ ਗੱਲ ਮੰਨਾਂਗੇ। ਜਦ ਉਹ ਪੁਲਿਸ ਨੂੰ ਸਭ ਪਤਾ ਹੈ, ਇਹਨਾਂ ਨੂੰ ਵੀ ਸਭ ਪਤਾ ਹੈ, ਪਰ ਦੋਸ਼ੀਆਂ ਨੂੰ ਬਚਾਉਣ ਲਈ ਯਤਨ ਹੋਏ ਨੇ। ਤੇ ਇਹ ਸਾਬਤ ਇਹੀ ਹੁਣ ਲੋਕਾਂ ਦੇ ਮਨ 'ਚ ਇਹ ਗੱਲ ਘਰ ਕਰ ਗਈ ਵੀ ਇਹ ਬਾਦਲ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਰਲੇ ਹੋਏ ਨੇ। ਇਹ ਸਿਰਫ ਇੱਕ ਦੂਜੇ ਦਾ ਪੱਖ ਪੂਰ ਰਹੇ ਨੇ, ਹੋਰ ਕੁਛ ਨਹੀਂ। ਨਾ ਇਹਨਾਂ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਹੈ, ਸਮਾਂ ਇਹਨਾਂ ਨੇ ਜਿਹੜਾ ਇਹ ਸਾਰਾ ਕੇਸ ਸੀ ਉਹਨੂੰ ਕਮਜ਼ੋਰ ਕਰਤਾ। ਤੇ 2022 ਦੀਆਂ ਚੋਣਾਂ ਦਾ ਸਿਆਸੀ ਅਖਾੜਾ ਪੱਕ ਚੁੱਕਿਆ ਤੇ ਇਸੇ ਨੂੰ ਲੈ ਕੇ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਅਕਾਲੀ ਦਲ ਦਾ ਆਧਾਰ ਹਿੱਲ ਚੁੱਕਿਆ ਹੈ ਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਵਿੱਚ ਅਸੀਂ ਸਾਰੀਆਂ ਸੀਟਾਂ ਤੇ ਇਕੱਲੇ ਚੋਣ ਲੜ ਕੇ ਸਰਕਾਰ ਬਣਾਵਾਂਗੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਘਰੇਲੂ ਲੜਾਈ ਛੱਡ ਕਰੋਨਾ ਵੱਲ ਧਿਆਨ ਦੇਵੇ ਤੇ ਲੋਕਾਂ ਨੂੰ ਬਚਾਵੇ। ਸਾਡੇ ਨਾਲ ਪੰਜਾਬ ਬੀਜੇਪੀ ਤੋਂ ਬੜੇ ਸੀਨੀਅਰ ਲੀਡਰ ਤੇ ਪੰਜਾਬ ਵਜ਼ਾਰਤ ਦੇ ਵਿੱਚ 2 ਵਾਰਾਂ ਮੰਤਰੀ ਰਹਿ ਚੁੱਕੇ ਮਦਨ ਮੋਹਨ ਮਿੱਤਲ ਹੋਰੀ ਸਾਡੇ ਨਾਲ ਨੇ। ਜੀ ਮੀਡੀਆ ਤੇ ਸਵਾਗਤ ਹੈ।
ਬਹੁਤ ਤੁਹਾਡਾ ਧੰਨਵਾਦ ਹੈ। ਸਭ ਤੋਂ ਪਹਿਲਾ ਸਵਾਲ ਹੈ, ਮਲੇਰਕੋਟਲਾ ਜ਼ਿਲ੍ਹਾ ਬਣਾਇਆ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਨੇ, ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਜਿਹੜਾ ਮਲੇਰਕੋਟਲਾ ਜ਼ਿਲ੍ਹਾ ਬਣਿਆ ਇਹ ਤੇ ਮੇਰੇ ਵਿਚਾਰ ਹੈ ਵੀ ਇਹ ਠੀਕ ਬਣ ਗਿਆ, ਕਿਉਂਕਿ ਜਿਹੜਾ ਜੋਗੀ ਸਾਹਿਬ ਦਾ ਵਿਚਾਰ ਥਾ ਉਹ ਉਹਨਾਂ ਨੇ यूपी ਦੇ ਹਿਸਾਬ ਨਾਲ ਕਿਹਾ ਕਿ ਉੱਥੇ ਬਹੁਤ ਸਾਰੇ ਐਸੇ ਏਰੀਆਜ਼ ਹੋਣਗੇ ਜਿੱਥੇ ਕਿਸੇ ਪਾਰਟਿਕੂਲਰ ਕਮਿਊਨਿਟੀ ਦੀ ਡੋਮੀਨੇਸ਼ਨ ਹੋਏਗੀ। ਸੋ ਇਹ ਮੁਸਲਿਮ ਪਾਪੂਲੇਸ਼ਨ ਦੀ ਡੋਮੀਨੇਸ਼ਨ ਕਰਕੇ ਨਹੀਂ ਜ਼ਿਲ੍ਹਾ ਬਣਿਆ। ਪਰ ਇਹ ਬਿਆਨ ਨੂੰ ਆਪਾਂ ਥੋੜਾ ਜਿਹਾ ਰੈਗੂਲੇਟ ਕਰੀਏ, ਉਹ ਕਹਿੰਦੇ ਆ ਵੀ ਇਹ ਵੰਡਣ ਦੀ ਸਿਆਸਤ ਹੈ, ਮਜ਼ਹਬ ਦੀ ਸਿਆਸਤ ਹੈ, ਕਿੱਦਾਂ ਹੋ ਸਕਦੀ ਹੈ ਵੰਡਣ? ਪਹਿਲੇ ਹੀ ਕਹਿਤਾ ਕਿ ਉਹਨਾਂ ਨੇ ਜਿਹੜਾ ਉਹਨਾਂ ਦਾ ਵਿਚਾਰ ਹੈ ਉਹਨਾਂ ਨੇ यूपी ਦੇ ਸੰਦਰਭ ਚ ਦਿੱਤਾ, ਲੇਕਿਨ ਮੈਂ ਜਿਹੜਾ ਕਹਿ ਰਿਹਾ ਵੀ यूपी ਦੀ ਗੱਲ ਛੱਡੋ, ਵੀ ਅਗਰ ਇਹ ਪੰਜਾਬ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ ਨਿਕਲ ਕੇ ਮਲੇਰਕੋਟਲਾ ਬਣਾਉਣ ਦੀ ਤਜਵੀਜ਼ ਆਈ ਹੈ, ਇਹ ਇਸ ਕਰਕੇ ਨਹੀਂ ਆਈ ਵੀ ਉੱਥੇ ਮੁਸਲਿਮ ਜ਼ਿਆਦਾ ਰਹਿੰਦੇ। ਤੁਹਾਨੂੰ ਲੱਗਦਾ ਵੀ ਇਸ ਵੇਲੇ ਬੈਕਗ੍ਰਾਉਂਡ ਨਹੀਂ, ਉਹਦੀ ਬੈਕਗ੍ਰਾਉਂਡ ਇਹ ਹੈ ਕਿ ਉਸ ਵਕਤ ਦਾ ਜਿਹੜਾ ਨਵਾਬ ਸੀਗਾ ਉਹ ਓਨਲੀ ਮੁਸਲਿਮ ਰੂਲਰ ਸੀ, ਜਿਸ ਨੇ ਜਦੋਂ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰਾਂ ਚ ਲਾਇਆ ਸੀ, ਜਿਹਨੇ ਹਾਂ ਦਾ ਨਾਰਾ ਮਾਰਿਆ ਸੀ, ਜਿਹਨੇ ਕੰਡੈਮ ਕੀਤਾ ਸੀ। ਇਸ ਕਰਕੇ ਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਲੀ ਗੱਲ ਹੈ, ਉਹਨਾਂ ਨੂੰ ਟ੍ਰਿਬਿਊਟ ਪੇ ਕਰਨ ਦੀ ਗੱਲ ਹੈ। ਔਰ ਉਹ ਸੀਐਮ ਸਾਹਿਬ ਨੇ ਕਿਹਾ ਵੀ ਹੈ ਕਿ ਜਿਹੜਾ ਅਸੀਂ ਮੈਡੀਕਲ ਕਾਲਜ ਬਣਾਉਣਾ ਉਹਨਾਂ ਦੇ ਨਾਂ ਤੇ ਬਣਾਉਣਾ। ਸੋ ਮੈਂ ਸਮਝਦਾ ਕਿ ਜ਼ਿਲ੍ਹਾ ਬਣਾਉਣ ਦੇ ਵਿੱਚ ਕੋਈ ਐਸੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਵੇਲੇ ਯੋਗੀ ਸਾਹਿਬ ਨੂੰ ਜੇਕਰ ਗੱਲ ਕਰਨੀ ਚਾਹੀਦੀ ਸੀ ਉਹ ਕਿਸਾਨੀ ਦੀ ਕਰਨੀ ਚਾਹੀਦੀ ਸੀ, ਕਿਉਂਕਿ ਸਭ ਤੋਂ ਵੱਡੇ यूपी ਪੰਜਾਬ ਹਰਿਆਣਾ ਦੇ ਕਿਸਾਨ ਨੇ, ਕਿਉਂਕਿ ਪੰਜਾਬ ਬੀਜੇਪੀ ਵੇਲੇ ਇਸ ਵੇਲੇ ਜਿਹੜਾ ਨੱਕਾ ਵੱਜਿਆ ਹੋਇਆ ਹੈ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ, ਉਹ ਕਿਸਾਨੀ ਅੰਦੋਲਨ ਹੀ ਸਭ ਤੋਂ ਵੱਡਾ ਹੈ। ਲੀਡਰਸ਼ਿਪ ਨੂੰ ਘਰਾਂ ਚੋਂ ਬਾਹਰ ਨਿਕਲਣ ਤੋਂ ਵੀ ਔਖਾ ਹੋਇਆ ਪਿਆ। ਅਕਾਲੀ ਦਲ ਦਾ ਅਲੱਗ ਸਟੈਂਡ ਹੈ, ਸਾਡਾ ਅਲੱਗ ਸਟੈਂਡ ਹੈ। ਅਕਾਲੀ ਦਲ ਨਿਕਲ ਗਿਆ, ਉਹ ਕੋਈ ਨਿਕਲ ਕੇ ਉਹ ਵੀ ਸੁਖੀ ਨਹੀਂ ਹੈ। ਉਹਨਾਂ ਨੂੰ ਘਬਰਾਹਟ ਹੋ ਗਈ ਵੀ ਸਾਡੇ ਕੋਲੋਂ ਸਿੱਖ ਮੈਸੇਜ ਚਲੇ ਜਾਣਗੇ, ਇਸ ਕਰਕੇ ਵਾਏਪੁਰ ਉਹਨਾਂ ਨੂੰ ਸਿੱਖ ਮੈਸੇਜ ਤਾਂ ਫਿਰ ਵੀ ਨਹੀਂ ਮਿਲਿਆ। ਸੋ ਅਕਾਲੀ ਦਲ ਨੇ ਛੱਡਤਾ ਜਾਂ ਰੱਖ ਲਿਆ। ਅਕਾਲੀ ਦਲ ਤੇ ਛੱਡਣ ਵਾਸਤੇ ਇੱਕ ਪੋਜੀਸ਼ਨ ਥੀ, ਅਸੀਂ ਤੇ ਪਹਿਲੇ ਤੇ ਕਹਿ ਰਹੇ थे ਵੀ ਅਸੀਂ ਅੱਡ ਲੜਨਾ, ਔਰ ਅਸੀਂ ਇਹ ਵੀ ਕਹਿ ਚੁੱਕੇ थे, ਮੈਂ ਹੀ ਬਿਆਨ ਦਿੱਤਾ था ਕਿ 50-50 ਸੀਟਾਂ ਲੜਾਂਗੇ। ਉਹਦੇ ਫਿਰ ਪੱਤਰਕਾਰ ਨੇ ਪੁੱਛਿਆ ਵੀ ਜੇ 50-50 ਲੜਨੀ ਹੈ ਫਿਰ 59-58 ਬਣਦੀਆਂ। ਮੈਂ ਕਿਹਾ 59 ਅਸੀਂ ਲੜਾਂਗੇ, 58 ਅਕਾਲੀ ਦਲ। ਕਹਿੰਦੇ ਕਿ ਉਹ ਬੜੇ, ਤੁਸੀਂ ਕਿਹਾ ਸੀ ਅਸੀਂ ਵੱਡੇ ਭਾਈ ਦੀ ਭੂਮਿਕਾ ਚ ਹੁਣ ਵੱਡੇ ਭਾਈ ਦੀ ਭੂਮਿਕਾ ਚ ਅਸੀਂ ਹੈ। ਉਦੋਂ ਬਾਦਲ ਸਾਹਿਬ ਜਦ ਲੀਡਰ ਤੇ ਉਹ ਬੜੇ ਭਰਾ ਤੇ, ਮਿੱਤਲ ਸਾਹਿਬ ਵੱਡੇ ਭਰਾ ਲੀਡਰ ਹੈ ਹੁਣ ਉਹ ਵੱਡੇ ਭਰਾ ਕੀ ਹੁਣ ਤਾਂ ਸਾਰਾ ਕੁਝ ਤੁਹਾਡੇ ਕੋਲੇ ਆ ਗਿਆ। 2022 ਚ ਪੰਜਾਬ ਬੀਜੇਪੀ ਆਪਣੇ ਆਪ ਨੂੰ ਕਿੱਥੇ ਖੜਾ ਵੇਖਦੀ ਹੈ? ਅਸੀਂ ਖੜਾ ਦੇਖਦੇ ਹਾਂ ਵੀ ਚੁਣਾਵ ਲੜਾਂਗੇ ਔਰ ਸਾਰੀਆਂ ਸੀਟਾਂ ਲੜਾਂਗੇ, 117 ਦੀ 17। ਨਹੀਂ, ਲੜਨ ਦੀ ਗੱਲ ਨਹੀਂ, ਗੱਲ ਤਾਂ ਜਿੱਤਣ ਦੀ ਹੈ, ਸਰਕਾਰ ਬਣਾਉਣ ਦੀ ਹੈ। ਜਿੱਤਾਂਗੇ, ਸਰਕਾਰ ਬਣਾਵਾਂਗੇ। ਕਿਵੇਂ ਜਿੱਤੋਗੇ? ਕਿ ਸਾਰੀ ਕਿਸਾਨ ਪੰਜਾਬ ਜਿਹੜੀ ਐਗਰੀਰੀਅਨ ਸਟੇਟ ਹੈ, ਸਾਰੀ ਕਿਸਾਨੀ ਤੁਹਾਡੇ ਖਿਲਾਫ ਹੈ। ਆਪਾਂ ਡਿਬੇਟ ਨਹੀਂ ਕਰ ਰਹੇ, ਨਾ ਡਿਬੇਟ ਦਾ ਮੁੱਦਾ ਹੈ। ਅਸੀਂ ਤਾਂ ਇਹ ਕਹਿ ਰਹੇ ਕਿ ਅਸੀਂ ਜਿੱਤਾਂਗੇ, ਸਾਨੂੰ ਆਪਣੇ ਸ਼ਡਿਊਲ ਦਾ ਪਤਾ ਹੈ। ਨਹੀਂ, ਕੈਮਰਾਮੈਨ ਅੰਕੁਰ ਦੇ ਨਾਲ ਨਵਜੋਤ ਸਿੰਘ ਢਾਲੀਵਾਲ, ਜ਼ੀ ਮੀਡੀਆ, ਚੰਡੀਗੜ੍ਹ। ਤੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਜ਼ਿਆਦਾ ਪੈਸੇ ਵਸੂਲਣ ਦੇ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਦੀ ਕਾਰਵਾਈ ਜਾਰੀ ਹੈ। ਸਿਹਤ ਵਿਭਾਗ ਦੇ ਵੱਲੋਂ ਬਠਿੰਡਾ ਦੇ ਵਿੱਚ ਲਗਾਤਾਰ ਦੂਸਰੇ ਦਿਨ ਨਿੱਜੀ ਹਸਪਤਾਲ ਦੇ ਵਿੱਚ ਰੇਡ ਕੀਤੀ ਗਈ। ਹੋਰ ਤੇ ਹੋਰ ਇੱਕ ਮਾਮਲਾ ਜਿਹਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਲਾਸ਼ ਦੇਣ ਦੇ ਬਦਲੇ 4 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਤੇ ਸਿਹਤ ਵਿਭਾਗ ਨੇ ਕਾਰਵਾਈ ਵੀ ਕੀਤੀ ਹੈ। ਪੇਸ਼ੈਂਟ ਨੂੰ ਮਿਲਣ ਨਹੀਂ ਦੇ ਜਾ ਰਿਹਾ। ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਜੀ, ਬਾਕੀ ਜੋ ਚਾਰਜਰ ਆ ਬੈੱਡ ਦਾ ਉਹ ਬਹੁਤ ਜ਼ਿਆਦਾ ਹੈ ਜੀ। ਕਿੰਨਾ ਕੁ ਲੈ ਰਹੇ ਆ? 25000 ਰੁਪਇਆ ਲੈ ਰਹੇ ਨੇ ਜੀ ਡੇਲੀ ਦਾ ਜੀ। 50-55 ਰੁਪਇਆ ਲੱਗ ਰਿਹਾ। 15000 ਰੁਪਇਆ ਰਿਪੋਰਟਾਂ ਦਾ, 16-17000 ਰੁਪਇਆ ਦਵਾਈਆਂ ਦਾ ਜੀ। ਰਿਪੋਰਟਾਂ ਦੇ ਨਹੀਂ ਰਹੇ ਜੀ। ਨਹੀਂ, ਇਹਨਾਂ ਦੇ 3 ਦਿਨ ਇਹਨੇ ਮੈਨੂੰ ਕਹਿੰਦੇ ਮੈਨੂੰ ਸਾਹ ਦੀ ਪ੍ਰੋਬਲਮ ਸੀਗੀ, ਇਹਨਾਂ ਨੇ ਆਈਸੀਯੂ 'ਚ ਰੱਖਿਆ। 20000 ਬੈੱਡ ਦਾ ਚਾਰਜ, 15000 ਰੋਜ਼ ਦੀਆਂ ਦਵਾਈਆਂ ਆਉਂਦੀਆਂ ਸੀਗੀਆਂ ਤੇ 25000 ਰੁਪਇਆ ਟੈਸਟ ਦਾ ਸੀਗੇ। ਮੈਂ ਤੀਜੇ ਦਿਨ ਠੀਕ ਹੋ ਗਿਆ ਸੀਗਾ। ਮੈਨੂੰ ਕਹਿੰਦੇ 2-4 ਦਿਨ ਹੋਰ ਵੇਖਦੇ ਆ, ਸ਼ਾਇਦ ਕੋਈ ਪ੍ਰੋਬਲਮ ਨਾ। ਮੈਂ ਹੀ ਮੇਰੀ ਆਕਸੀਜਨ ਲਾ ਦੀ, ਸਾਰਾ ਕੁਝ ਲਾ ਤਾਂ ਉਹਨੇ ਕੋਈ ਪ੍ਰੋਬਲਮ ਨਹੀਂ ਹੈਗੀ, ਛੁੱਟੀ ਦੇ ਦਿਓ। ਕਹਿੰਦੇ ਨਹੀਂ, ਇਹਨਾਂ ਨੇ ਮੈਨੂੰ 8 ਦਿਨ ਰੱਖਿਆ, 3.5 ਲੱਖ ਰੁਪਇਆ ਮੇਰੇ ਲੱਗਿਆ ਜੀ। ਨਹੀਂ ਸਰ, ਇਹਨਾਂ ਦਾ ਵੈਸੇ ਜੋ ਬਿੱਲ ਹੈਗਾ ਕੋਈ ਕਰੀਬਨ ਨਾਰਮਲ ਚਾਰजेस ਹੋ ਰਿਹਾ ਇਹਨਾਂ ਦੇ। ਕੱਲ ਜੀ ਜੋ ਗਵਰਨਮੈਂਟ ਚਾਰਜ ਹੈਗੇ ਆ ਉਹੀ ਚਾਰਜ ਕੀਤਾ ਜਾ ਰਿਹਾ ਇਹਨਾਂ ਨੂੰ। ਸ਼ਿਕਾਇਤ ਮਿਲੀ ਸੀ ਕਿ ਇੱਥੇ ਮਰੀਜ਼ਾਂ ਤੋਂ ਜ਼ਿਆਦਾ ਪੈਸੇ ਲਏ ਜਾਂਦੇ ਆ। ਅਸੀਂ ਸ਼ਿਕਾਇਤਕਰਤਾ ਨੂੰ ਮਿਲੇ, ਉਹਨਾਂ ਦੇ ਬਿਆਨ ਨੋਟ ਕੀਤੇ, ਉਹਨਾਂ ਤੋਂ ਕਾਗਜ਼ ਪੱਤਰ ਲਿਆ ਤੇ ਹਸਪਤਾਲ ਨੇ ਉਹਨਾਂ ਨਾਲ ਕੀ ਮਤਲਬ ਕਿ
ਚਾਰਜ ਕੀਤਾ ਉਹਨਾਂ ਦਾ ਵੀ ਰਿਕਾਰਡ ਲੈ ਲਿਆ ਤੇ ਦੇਖਦੇ ਆ ਕੀ ਅਸੀਂ ਜੋ ਇੱਥੇ ਖਾਮੀਆਂ ਪਾਈਆਂ ਗਈਆਂ ਉਹਦੀ ਰਿਪੋਰਟ ਕਰਾਂਗੇ। ਐਕਸ਼ਨ ਉੱਚ ਅਧਿਕਾਰੀਆਂ ਨੇ ਲੈਣਾ। ਤੇ ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਦੇ ਲਈ ਰਜਿੰਦਰਾ ਹਸਪਤਾਲ ਦੇ ਵਿੱਚ ਬਠਿੰਡਾ ਏਮਜ਼ ਹਸਪਤਾਲ ਦਾ ਮੇਲ ਸਟਾਫ ਇੱਕ ਦਿਨ ਡਿਊਟੀ ਨਿਭਾ ਕੇ ਵਾਪਸ ਏਮਜ਼ ਹਸਪਤਾਲ ਪਰਤ ਗਿਆ, ਜੋ ਕਿ ਰਜਿੰਦਰਾ ਹਸਪਤਾਲ ਪ੍ਰਸ਼ਾਸਨ ਨੇ ਕੋਵਿਡ ਵਾਰਡ ਵਿੱਚ ਤਾਇਨਾਤ ਕੀਤਾ ਸੀ। ਮੇਲ ਨਰਸਿੰਗ ਸਟਾਫ ਜਾਂਦਾ ਹੋਇਆ ਰਜਿੰਦਰਾ ਹਸਪਤਾਲ ਪ੍ਰਸ਼ਾਸਨ ਵੱਲੋਂ ਕੀਤੇ ਮਾੜੇ ਪ੍ਰਬੰਧਾਂ ਦੀ ਪੋਲ ਵੀ ਖੋਲ ਗਿਆ। ਮੇਲ ਨਰਸਿੰਗ ਸਟਾਫ ਨੇ ਪ੍ਰਸ਼ਾਸਨ ਵੱਲੋਂ ਕੀਤੇ ਮਾੜੇ ਅਤੇ ਘਟੀਆ ਪ੍ਰਬੰਧਾਂ ਤੇ ਸਵਾਲ ਚੁੱਕਦਿਆਂ ਰਜਿੰਦਰਾ ਹਸਪਤਾਲ ਨੂੰ ਇੱਕ ਵਾਰ ਮੁੜ ਸਵਾਲਾਂ ਦੇ ਕਟਾਰੇ ਵਿੱਚ ਖੜਾ ਕਰ ਦਿੱਤਾ ਹੈ। सर हमें खाना अच्छा नहीं लगा, इसलिए हम खाना खाया ही नहीं सर कल। और सुबह सर ये हाल हुआ कि कुछ नाश्ता वगैरह कुछ नहीं मिला। वहाँ के वार्डन को भी बोला हमने कि सर नाश्ता, और बोला आपने रात को ही नहीं खाया तो अभी क्यों बनाया आपके लिए। सर हमने बोला कि हम कोविड में ड्यूटी करने जा रहे हैं, भूखे पेट जा रहे हैं, आप भी समझो ये बात। उन्होंने बोला कोई दिक्कत नहीं है सर, आपने रात को नहीं खाया तो अभी नहीं खाओगे इसीलिए नहीं बनाया। तो सर हम यहाँ पे आए हैं, कोविड की ड्यूटी करी है सर मैंने। ये ना जी 50 हमारे पास एम्स बठिंडा से आए थे, सो कॉल्ड कोरोना वॉरियर्स। दे आर बेसिकली मेल नर्सिस। इनकी जो अकोमोडेशन की गई थी दैट वाज फ्रॉम द डिस्ट्रिक्ट एडमिनिस्ट्रेशन साइड। तो हमारे पास था जो उनकी जो मेन थी ना कि खाना मैंने, प्रिंसिपल साहब ने और मेरे DMS साहब ने खुद चेक करके खा के आए हैं जी। मैं आपको उनकी पिक्स भी दे सकता हूँ। सुबह देखो 2 परांठे, बटर, अच्छा बड़ी टिक्की थी जी, छोटी भी नहीं थी, बटर और दही था, साथ में चाय थी। ਤੇ ਕੋਵਿਡ ਨੂੰ ਲੈ ਕੇ ਹੁਣ ਪਿੰਡ ਦੇ ਲੋਕ ਵੀ ਜਾਗਰੂਕ ਹੋਣ ਲੱਗੇ ਨੇ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧੁੱਪਸੜੀ ਦੀ ਗੱਲ ਕੀਤੀ ਜਾਵੇ ਤਾਂ ਸਰਪੰਚ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਵਾਸੀਆਂ ਨੂੰ ਕਰੋਨਾ ਵੈਕਸੀਨ ਲਵਾ ਦਿੱਤੀ ਗਈ ਹੈ ਤੇ ਵਧੇਰੇ ਲੋਕਾਂ ਦੇ ਟੈਸਟ ਵੀ ਕੀਤੇ ਜਾ ਚੁੱਕੇ ਨੇ। ਪਿੰਡ ਵਾਸੀਆਂ ਨੇ ਹੁਣ ਮੰਗ ਕੀਤੀ ਹੈ ਕਿ ਪਿੰਡ ਦੇ ਵਿੱਚ ਬੁਢਾਪਾ ਅਤੇ ਵਿਧਵਾ ਪੈਨਸ਼ਨ ਸਰਪੰਚਾਂ ਰਾਹੀਂ ਜਾਂ ਫਿਰ ਸੈਕਟਰੀਆਂ ਰਾਹੀਂ ਪਿੰਡ ਦੇ ਵਿੱਚ ਹੀ ਵੰਡੀ ਜਾਵੇ। ਪਿੰਡ ਵਾਸੀਆਂ ਨੇ ਕਰੋਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੈਨਸ਼ਨ ਲੈਣ ਲਈ ਬੈਂਕ ਜਾਣਾ ਪੈਂਦਾ ਹੈ, ਜਿੱਥੇ ਲੰਮੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਤੇ ਕਰੋਨਾ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ, ਜਿਸ ਕਾਰਨ ਕਰੋਨਾ ਫੈਲਣ ਦਾ ਖਤਰਾ ਵੱਧ ਰਹਿੰਦਾ ਹੈ, ਜਿਸ ਕਰਕੇ ਪੈਨਸ਼ਨ ਪਿੰਡਾਂ ਦੇ ਵਿੱਚ ਹੀ ਮੁਹੱਈਆ ਕਰਵਾਈ ਜਾਵੇ। ਪਿੰਡ ਵਿੱਚ ਬਹੁਤ ਜ਼ਿਆਦਾ ਅਵੇਅਰ ਨੇ, ਮਤਲਬ ਵੀ ਜਿੱਦਾਂ ਕਿ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਸਾਰੇ ਲੋਕਾਂ ਦੀ ਵੈਕਸੀਨੇਸ਼ਨ ਕਰਾਈ ਆ। ਮਤਲਬ ਟਾਈਮ ਦੇ ਸਾਡੇ ਪਿੰਡ ਵਿੱਚ ਟੈਸਟ ਹੁੰਦੇ ਨੇ ਕਰੋਨਾ ਵੈਕਸੀਨ ਦੇ। ਮਤਲਬ ਸਾਡੇ ਪਿੰਡ ਦੇ ਜਿੰਨੇ ਵੀ ਲੋਕ ਨੇ ਮਤਲਬ ਅਵੇਅਰ ਨੇ, ਇਹ ਮਤਲਬ ਮਾਸਕ ਪਾ ਕੇ ਰੱਖਦੇ ਨੇ, ਸੋਸ਼ਲ ਡਿਸਟੈਂਸਿੰਗ ਦੀ ਮਤਲਬ ਪੂਰੀ ਪਾਲਣਾ ਕਰਦੇ ਨੇ। ਅਸੀਂ DC ਸਾਹਿਬ ਨੂੰ ਪਿੱਛੇ ਜੋ ਮੀਟਿੰਗ ਹੋਈ ਸੀ ਉਹ 'ਚ ਅਸੀਂ ਕਿਹਾ ਸੀ ਕਿ ਮਤਲਬ ਸਾਨੂੰ ਜਿਹੜੇ ਮਾਸਕ ਮੁਹੱਈਆ ਕਰਵਾਏ ਗਏ ਜਾਣ। ਅਸੀਂ ਆਪਣੇ ਕੋਲ ਬੜੇ ਵੰਡੇ ਆ, ਪਰ ਅਸੀਂ ਕਹਿੰਦੇ ਸਰਕਾਰ ਵੀ ਸਾਡੀ ਹੈਲਪ ਕਰੇ ਅਤੇ ਅਸੀਂ ਉਹਨਾਂ ਨੂੰ ਗਰੀਬਾਂ ਨੂੰ ਵੰਡ ਛੱਡੀਏ, ਸੈਨੀਟਾਈਜ਼ ਵੰਡ ਦਈਏ, ਮਾਸਕ ਵੰਡ ਦਈਏ ਔਰ ਉਹਨਾਂ ਦੇ ਘਰ ਘਰ ਜਾ ਕੇ ਫਿਰ ਅਪੀਲ ਕਰੀਏ। ਔਰ ਜੇ ਸਰਕਾਰ ਦੇ DC ਵੱਲੋਂ ਹਜੇ ਤੱਕ ਸਾਨੂੰ ਕੋਈ ਮਾਸਕ ਨਹੀਂ ਦਿੱਤਾ ਗਿਆ। ਉਹਨਾਂ ਨੇ ADC ਦੀ ਉਦੋਂ ਡਿਊਟੀ ਲਾਈ ਸੀ, ਪਰ ਹਜੇ ਤੱਕ ਕੋਈ ਨਹੀਂ ਸਾਡੇ ਕੋਲ ਉਹ ਪਹੁੰਚਾ। ਤੇ ਗੱਲ ਕਰਦੇ ਆ ਲੁਧਿਆਣਾ ਦੇ। ਲੁਧਿਆਣਾ ਬੱਸ ਸਟੈਂਡ ਵਿਖੇ ਪਨਬੱਸ ਕੰਟਰੈਕਟਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਉੱਤੇ ਵਾਅਦੇ ਨਾ ਪੂਰੇ ਕਰਨ ਦੇ ਆਰੋਪ ਲਗਾਏ ਗਏ। ਉਹਨਾਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਜਿਸ ਵਿੱਚ ਉਹਨਾਂ ਦੇ ਮੇਨ ਮੰਗ ਠੇਕੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਹੈ। ਉਹਨਾਂ ਨੇ ਕਿਹਾ ਕਿ ਜੇ ਸਰਕਾਰ ਨੇ ਹੁਣ ਵੀ ਉਹਨਾਂ ਦੀਆਂ ਇਹ ਮੰਗਾਂ ਨਹੀਂ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਸੰਘਰਸ਼ ਜਿਹੜਾ ਹੈ ਉਹ ਕਰਨਗੇ। ਤਰੀਕ ਤੋਂ ਸਰਕਾਰ ਦੇ ਖਿਲਾਫ ਭੰਡੀ ਪ੍ਰਚਾਰ ਸ਼ੁਰੂ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ 6 ਤਰੀਕ ਨੂੰ, 6 ਜੂਨ ਨੂੰ, 5 ਤੇ 6 ਜੂਨ ਨੂੰ ਸਬ ਕਮੇਟੀ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਘਰਾਂ ਦੇ ਬੂਹੇ ਅੱਗੇ ਅਸੀਂ ਉਹਨਾਂ ਦੇ ਘਿਰਾਓ ਕੀਤਾ ਜਾਏਗਾ, ਧਰਨਾ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਆਉਣ ਵਾਲੀ ਜਿਹੜੀ 27, 28, 29, 30 ਜੂਨ ਆ ਉਹ 3 ਦਿਨ ਦੀ ਹੜਤਾਲ ਕਰਕੇ ਅਸੀਂ ਸ਼ਾਹੀ ਸ਼ਹਿਰ ਪਟਿਆਲੇ ਨੂੰ ਘੇਰਾਂਗੇ। ਤੇ ਕੋਵਿਡ ਕਾਲ ਵਿੱਚ ਹਰ ਕੋਈ ਆਪੋ ਆਪਣੇ ਪੱਧਰ ਤੇ ਲੋਕਾਂ ਦੀ ਮਦਦ ਕਰ ਰਿਹਾ। DSGMC ਵੱਲੋਂ ਵੀ ਲੋਕਾਂ ਦੀ ਮਦਦ ਲਈ ਹੱਥ ਵਧਾਇਆ ਗਿਆ ਹੈ। ਕਰੋਨਾ ਕਾਲ ਦੇ ਵਿੱਚ ਲੋੜਵੰਦਾਂ ਦੀ ਮਦਦ ਲਈ DSGMC ਦੇ ਵੱਲੋਂ ਲੰਗਰ ਤਿਆਰ ਕੀਤਾ ਜਾ ਰਿਹਾ। ਵੇਖੋ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਦੀ ਖਾਸ ਰਿਪੋਰਟ। ਗੁਰੂ ਘਰ ਲੋੜਵੰਦਾਂ ਲਈ ਵੱਡਾ ਸਹਾਰਾ, ਜਿੱਥੇ ਲੋਕ ਆਪਣੀਆਂ ਅਰਦਾਸਾਂ ਕਰ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਨੇ। ਇਹ ਉਹ ਗੁਰੂ ਦਾ ਘਰ ਹੈ ਜਿੱਥੇ ਕਿਸੇ ਧਰਮਾਂ,
ਜਾਤ ਊਚ ਨੀਵ ਦਾ ਕੋਈ ਫਰਕ ਨਹੀਂ ਵੇਖਿਆ ਜਾਂਦਾ। ਗੁਰਦੁਆਰਾ ਬੰਗਲਾ ਸਾਹਿਬ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ, ਉੱਥੇ ਗੁਰੂ ਘਰ ਦੇ ਲੰਗਰ ਦਾ ਆਨੰਦ ਵੀ ਮਾਣਿਆ ਜਾਂਦਾ ਹੈ। ਤੇ ਜਿਹੜਾ ਕਿ ਲੰਗਰ ਲੋਕਾਂ ਦੇ ਘਰਾਂ ਤੱਕ ਪਹੁੰਚਣ ਵਾਲਾ ਹੈ, ਜ਼ਰੂਰਤਮੰਦ ਲੋਕਾਂ ਦੇ ਘਰਾਂ ਤੱਕ ਜਿਹੜਾ ਲੰਗਰ ਪਹੁੰਚਾਇਆ ਜਾਊਗਾ, ਉਹ ਲੰਗਰ ਕਿਸ ਤਰੀਕੇ ਦੇ ਨਾਲ ਬਣਾਇਆ ਜਾ ਰਿਹਾ, ਕੀ ਕੁਝ ਅਹਿਤਿਆਤ ਵਰਤੇ ਜਾ ਰਹੇ ਨੇ, ਉਹਦਾ ਜਾਇਜ਼ਾ ਲੈਣ ਦੇ ਲਈ ਜ਼ੀ ਮੀਡੀਆ ਦੀ ਟੀਮ ਪਹੁੰਚੀ ਹੈ ਗੁਰਦੁਆਰਾ ਬੰਗਲਾ ਸਾਹਿਬ ਦੀ ਕਿਚਨ ਦੇ ਵਿੱਚ। ਤੇ ਆਓ ਅੱਜ ਤੁਹਾਨੂੰ ਦਿਖਾਉਂਦੇ ਆ ਗੁਰਦੁਆਰਾ ਬੰਗਲਾ ਸਾਹਿਬ ਦੀ ਇਸ ਪਵਿੱਤਰ ਰਸੋਈ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਲੰਗਰ ਬਣਾਇਆ ਜਾ ਰਿਹਾ, ਜਿਹੜਾ ਕਿ ਦਿੱਲੀ ਦੇ ਕੋਨੇ-ਕੋਨੇ ਤੱਕ ਜਾ ਕੇ ਵਰਤਾਇਆ ਜਾਊਗਾ। ਸਿੱਖਾਂ ਦੀ ਪਹਿਚਾਣ ਸਭਨਾਂ ਦਾ ਭਲਾ ਕਰਨਾ ਹੀ ਨਹੀਂ ਹੁੰਦਾ, ਬਲਕਿ ਵੱਡੀਆਂ ਮਹਾਮਾਰੀਆਂ ਵਿੱਚ ਲੋੜਵੰਦਾਂ ਦੇ ਨਾਲ ਖੜਨਾ ਵੀ ਹੁੰਦਾ ਹੈ। ਇਸੇ ਤਰ੍ਹਾਂ ਦਾ ਉਪਰਾਲਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਆਪਣਾ ਫਰਜ਼ ਸਮਝਦੇ ਹੋਏ ਇਸ ਸੇਵਾ ਭਾਵਨਾ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਪ੍ਰਣ ਲਿਆ ਹੈ। DSGMC ਜਿਸ ਦੇ ਪ੍ਰਬੰਧਾਂ ਹੇਠ तमाम ਕੰਮਕਾਜ ਕੀਤੇ ਜਾ ਰਹੇ ਨੇ, ਉੱਥੇ ਹੀ ਵੱਡਾ ਲੰਗਰ ਹਾਲ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ ਹੈ। ਮੈਂ ਪਹਿਲੇ ਤੁਹਾਨੂੰ ਸਟਾਰਟਿੰਗ ਪੁਆਇੰਟ ਦਿਖਾਵਾਂਗਾ ਜਿੱਥੋਂ ਸਾਡੇ ਲੰਗਰ ਹਾਲ ਦੇ ਵਿੱਚ ਐਂਟਰੀ ਹੁੰਦੀ ਹੈ। ਉੱਥੇ ਐਂਟਰੀ ਤੇ ਤੁਸੀਂ ਨੋਟ ਕੀਤਾ ਹੋਏਗਾ ਸੈਨੀਟਾਈਜ਼ਰ ਦੀ ਇੱਕ ਮਸ਼ੀਨ ਲੱਗੀ ਹੋਈ ਹੈ, ਜਿੱਥੋਂ ਜਿਹੜਾ ਵੀ ਕੋਈ ਸੇਵਾ ਕਰਨ ਵਾਲਾ ਆਉਣਾ ਜਾਂ ਕਿਸੇ ਨੇ ਵੀ ਆਉਣਾ, ਉਹ ਹੱਥ ਸੈਨੀਟਾਈਜ਼ਰ ਕਰੇਗਾ ਪਹਿਲੇ, ਫਿਰ ਸੇਵਾ ਵਾਸਤੇ ਲੰਗਰ ਹਾਲ ਦੇ ਵਿੱਚ ਆਏਗਾ। ਉਸ ਤੋਂ ਬਾਅਦ ਸਾਡੀਆਂ ਇਹ ਮਸ਼ੀਨਾਂ ਲੱਗੀਆਂ ਹੋਈਆਂ ਨੇ। ਇਹ ਸਬਜ਼ੀ ਕੱਟਣ ਦੀ ਮਸ਼ੀਨ ਆ, ਜਿਹੜਾ ਸਾਡਾ ਪਹਿਲੇ ਕੰਮ ਘੰਟਿਆਂ ਦੇ ਵਿੱਚ ਹੁੰਦਾ ਸੀ, ਉਹ ਹੁਣ ਮਿੰਟਾਂ ਦੇ ਵਿੱਚ ਹੁੰਦਾ ਹੈ। ਯਾਨੀ ਕਿ ਜਿਹੜਾ ਅਸੀਂ 4 ਘੰਟੇ 'ਚ ਸਬਜ਼ੀ ਕੱਟਦੇ ਸੀ, ਉਹ ਅਸੀਂ 1 ਘੰਟੇ ਦੇ ਵਿੱਚ ਕੱਟ ਲੈਂਦੇ ਹਾਂ। ਔਰ ਇਹ ਆਲੂ ਛਿੱਲਣ ਦੀ ਮਸ਼ੀਨ ਹੈ, ਜਿਹੜੀ ਨਵੀਂ ਮਸ਼ੀਨ ਆਈ ਹੈ। ਇਹ ਵੀ ਸਾਡਾ ਜਿਹੜੇ ਆਲੂ ਅਸੀਂ 50 ਕਿਲੋ ਆਲੂ 1 ਘੰਟੇ ਦੇ ਵਿੱਚ ਛਿੱਲਦੇ ਸੀ, ਉਹ 5 ਤੋਂ 7 ਮਿੰਟ ਦੇ ਵਿੱਚ ਛਿੱਲ ਕੇ ਸਬਜ਼ੀ ਕੱਟਣ ਵਾਸਤੇ ਤਿਆਰ ਹੋ ਜਾਂਦੇ ਨੇ। ਇਸ ਤੋਂ ਬਾਅਦ 'ਚ ਸਾਡੀਆਂ ਹਾਈਟੈਕ ਜਿਹੜਾ ਲੰਗਰ ਦੇ ਵਿੱਚ ਮਸ਼ੀਨਾਂ ਲੱਗੀਆਂ ਨੇ, ਫਰਾਇਰ ਲੱਗੇ ਹੋਏ ਨੇ। ਤੁਸੀਂ ਸੰਗਤਾਂ ਨੂੰ ਦਿਖਾਓ ਪਹਿਲੇ ਲੰਗਰ ਹਾਲ ਹੈ। ਲੰਗਰ ਹਾਲ ਦੀ ਸਾਡਾ ਮੇਨ ਮਕਸਦ ਹੀ ਹੈ ਲੰਗਰ ਹਾਲ ਨੂੰ ਸਾਫ਼ ਸੁਥਰਾ ਰੱਖਣਾ, ਲੰਗਰ ਸਾਫ਼ ਸੁਥਰਾ ਸੰਗਤ ਤੱਕ ਪਹੁੰਚਾਇਆ ਜਾਏ। ਸਾਡਾ ਮੇਨ ਮਕਸਦ ਇਹੀ ਹੈ ਕਿ ਸਾਫ਼ ਸੁਥਰਾ ਤੇ ਹਾਈਜੀਨਿਕ ਬਾਬੇ ਨਾਨਕ ਦਾ ਲੰਗਰ ਸੰਗਤ ਤੱਕ ਪਹੁੰਚਾਇਆ ਜਾਏ। ਸੰਗਤ ਨੂੰ ਦਿਖਾਓ ਕਿਵੇਂ ਸਾਫ਼ ਸੁਥਰਾ ਹਾਈਜੀਨਿਕ ਔਰ ਇਹ ਮਸ਼ੀਨਾਂ ਲੱਗੀਆਂ ਹੋਈਆਂ। ਕਿਸ ਤਰੀਕੇ ਦੇ ਨਾਲ ਕੀ ਕੁਝ ਇੱਥੇ ਪੱਕ ਰਿਹਾ ਹੋਵੇ ਦਿਖਾ ਦਿਓ। 3 ਫਰਾਈਰ ਲੱਗੇ ਹੋਏ ਨੇ, ਜਿਨ੍ਹਾਂ ਦੇ ਵਿੱਚ ਅਸੀਂ ਸੁੱਕੀ ਸਬਜ਼ੀ, ਖੀਰ, ਕੜੀ, ਚਾਵਲ ਕੁਝ ਵੀ ਤਿਆਰ ਕਰ ਸਕਦੇ ਆ। ਤੁਹਾਡੇ ਸਾਹਮਣੇ ਮਸ਼ੀਨ ਚੱਲ ਰਹੀ ਹੈ, ਖੀਰ ਤਿਆਰ ਹੋ ਰਹੀ ਹੈ। ਕਿੰਨੀ ਕੁਆਂਟੀਟੀ ਹੈ ਖੀਰ ਇਸ ਵਕਤ? ਇਹ ਇੱਕ ਫਰਾਇਰ ਜਿਹੜਾ ਹੈਗਾ 300 ਲੀਟਰ ਦਾ ਹੈ। ਇਹਦੇ ਵਿੱਚ 300 ਲੀਟਰ ਇੱਕ ਟਾਈਮ 'ਚ ਚੀਜ਼ ਤਿਆਰ ਕੀਤੀ ਜਾਂਦੀ ਹੈ। ਤੇ ਜਿਸ ਤਰ੍ਹਾਂ ਪਹਿਲੇ ਅਸੀਂ 3 ਤੋਂ 2.5 ਘੰਟੇ ਦੇ ਵਿੱਚ ਖੀਰ ਤੇ 300 ਕਿਲੋ ਤਿਆਰ ਹੁੰਦੀ ਸੀ, ਸਾਡੇ 2-1 ਬੰਦੇ ਖੁਰਪਾ ਮਾਰਨ ਤੇ ਲੱਗਦੇ ਹੁੰਦੇ ਸੀ, ਉਹ ਹੁਣ ਜਿਹੜਾ ਮੈਨੂਅਲ ਕੰਮ ਘਟ ਗਿਆ ਹੈ ਤੇ ਮਸ਼ੀਨੀ ਕੰਮ ਜ਼ਿਆਦਾ। ਇਹ ਤੁਹਾਡੇ ਸਾਹਮਣੇ ਵੇਖ ਲਓ ਖੀਰ ਕਿਹਾ ਜਾ ਸਕਦਾ। ਜੇਕਰ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਲੰਗਰ ਇੱਕ ਦਿਨ 'ਚ ਇੱਥੇ ਬਣਦਾ ਹੈ? ਜਦੋਂ ਪਿਛਲੀ ਵਾਰੀ ਮਹਾਮਾਰੀ ਦਾ ਬਹੁਤ ਦੌਰ ਸੀ ਤੇ ਸੰਗਤਾਂ ਨੇ ਵੀ ਵੇਖਿਆ, ਇੱਥੋਂ ਲੱਖ ਤੋਂ 1.5 ਲੱਖ ਆਦਮੀਆਂ ਦਾ ਲੰਗਰ ਇੱਕ ਦਿਨ ਦੇ ਵਿੱਚ ਤਿਆਰ ਹੋ ਕੇ ਗਿਆ। ਜਿਹਨੂੰ ਵੇਖਦੇ ਹੋਏ ਇਹ ਨਵਾਂ ਹਾਈਟੈਕ ਲੰਗਰ ਤਿਆਰ ਕੀਤਾ ਗਿਆ। ਹੁਣ ਤੇ ਬਾਬੇ ਦੀ ਕਿਰਪਾ ਹੈ, ਸਾਡੇ ਕੋਲ ਲੱਖ, 2 ਲੱਖ, 3 ਲੱਖ, 4 ਲੱਖ ਵਾਹਿਗੁਰੂ ਕਰੇਗਾ ਇਹੋ ਜਿਹੀ ਜ਼ਰੂਰਤ ਪਏ ਨਾ, ਇਹ ਮਹਾਮਾਰੀ ਠੀਕ ਹੋ ਜਾਏ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਇਹ ਮਹਾਮਾਰੀ ਠੀਕ ਹੋ ਜਾਏ, ਕਿਸੇ ਨੂੰ ਵੀ ਲੰਗਰ ਦੀ ਵੀ ਇਹੋ ਜਿਹੀ ਜ਼ਰੂਰਤ ਨਾ ਪਏ ਵੀ ਕਿਸੇ ਦੇ ਤੱਕ ਪਹੁੰਚਾਇਆ ਜਾਏ, ਮਹਾਮਾਰੀ ਠੀਕ ਹੋ ਜਾਏ। ਕਰੋਨਾ ਕਾਲ ਵਿੱਚ ਦਿੱਲੀ ਵਿੱਚ ਲੋਕ ਘਰਾਂ ਵਿੱਚ ਬੰਦ ਨੇ। ਗੁਰੂ ਘਰ ਵਿੱਚ ਲੰਗਰ ਤਿਆਰ ਕਰਕੇ ਪੈਕ ਕਰਨ ਦੀ ਪ੍ਰਕਿਰਿਆ ਵੀ ਕੀਤੀ ਜਾ ਰਹੀ ਹੈ ਅਤੇ ਲੋੜਵੰਦ ਲੋਕਾਂ ਨੂੰ ਇਸ ਕਾਲ ਦੌਰਾਨ ਲੰਗਰ ਵੰਡਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਤਾਂ ਜਿਵੇਂ ਕਿ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਲੰਗਰ ਤਿਆਰ ਹੋ ਰਿਹਾ ਹੈ, ਤੇ ਉਸ ਤੋਂ ਬਾਅਦ ਤਿਆਰ ਹੋਣ ਤੋਂ ਬਾਅਦ तमाम एहतियात बरतन तो बाद लंगर ਜਿਹੜਾ ਕਿ ਉਹ ਤਿਆਰ ਹੋ ਚੁੱਕਿਆ ਹੈ ਤੇ ਇੱਥੇ ਕੰਟੇਨਰਸ ਦੇ ਵਿੱਚ ਇਸ ਵਕਤ ਮੌਜੂਦ ਹੈ। ਤੁਹਾਨੂੰ ਦੱਸ ਦਈਏ ਕਿ DSGMC ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜਿਹਦੇ ਉੱਤੇ ਕਾਲ ਕਰਨ ਤੋਂ ਬਾਅਦ WhatsApp ਜਾਂ ਕਾਲ ਦੇ ਰਾਹੀਂ DSGMC ਨੂੰ ਅਪਰੋਚ ਕੀਤਾ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਘਰਾਂ ਤੱਕ ਜਿਨ੍ਹਾਂ ਦੇ ਘਰ ਖਾਣਾ ਨਹੀਂ ਪਹੁੰਚ ਰਿਹਾ ਉਹਨਾਂ ਦੇ ਘਰਾਂ ਤੱਕ ਇਹ ਖਾਣਾ ਪਹੁੰਚਾਇਆ ਜਾਊਗਾ। ਤੁਸੀਂ ਵੇਖ ਸਕਦੇ ਹੋ ਲੰਗਰ ਨੂੰ ਇੱਥੇ ਹਾਈਜੀਨਿਕ ਤਰੀਕੇ ਦੇ ਨਾਲ ਪੈਕਿੰਗਸ ਦੇ ਵਿੱਚ ਪੈਕ ਕੀਤਾ ਜਾ ਰਿਹਾ ਹੈ। ਜਿਹੜੇ ਪੋਰਸ਼ਨਸ ਨੇ ਇਹਨਾਂ ਨੂੰ ਜਿਹੜੇ ਹੈਲਪਲਾਈਨ ਨੰਬਰਸ ਦੇ ਉੱਤੇ ਜਿਹੜੇ ਵੀ ਫੋਨ ਜਾਂ WhatsApp ਆਣਗੇ ਉਹਨਾਂ ਦੇ ਘਰਾਂ ਦੇ ਵਿੱਚ ਘਰਾਂ ਤੱਕ ਹਾਈਜੀਨਿਕਲੀ ਤੇ ਸੇਫਲੀ ਇਨ ਪੈਕਿੰਗਸ ਦੇ ਵਿੱਚ ਪਹੁੰਚਾਇਆ ਜਾਊਗਾ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਖ-ਵੱਖ ਸੇਵਾਦਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸਾਡੀ ਟੀਮ ਨੇ ਮਨਜਿੰਦਰ ਸਿੰਘ ਸਿਰਸਾ ਨਾਲ ਵੀ ਖਾਸ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਪੂਰੀ ਦੁਨੀਆ ਸਿੱਖ ਕੌਮ ਤੇ ਭਰੋਸਾ ਕਰਦੀ ਹੈ। ਭੁੱਖਿਆਂ ਦੇ ਘਰਾਂ ਤੱਕ ਗੁਰੂ ਦਾ ਲੰਗਰ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸਾਹਿਬ ਮੋਟਿਵ ਕੀ ਸੀਗਾ ਇਸ ਸੇਵਾ ਦਾ, ਕਿਉਂਕਿ ਪਿਛਲੀ ਵਾਰੀ ਵੀ ਕੀਤੀ ਗਈ ਸੀ, ਇਸ ਵਾਰ ਦੁਬਾਰਾ ਕੀਤੀ ਗਈ ਹੈ, ਤੇ ਦੂਜੇ ਪਾਸੇ ਕਿਤੇ ਨਾ ਕਿਤੇ ਲੋਕਾਂ ਨੂੰ ਇੱਕ ਆ ਵੀ ਸ਼ਾਇਦ ਧਾਰਨਾ ਸੀਗੀ ਕਿ ਤੁਹਾਡਾ ਖਿਆਲ ਇਸ ਵਕਤ ਚੋਣਾਂ ਦੀ ਤਰਫ ਹੋਏਗਾ, ਚੋਣਾਂ ਵਾਲੇ ਪਾਸੇ ਹੋਏਗਾ, ਲੇਕਿਨ ਫਿਰ ਵੀ ਚੋਣਾਂ ਸਿਰ ਤੇ ਨੇ, ਲੇਕਿਨ ਉਹਦੇ ਬਾਵਜੂਦ ਤੁਸੀਂ ਸੇਵਾ 'ਚ ਲੱਗੇ ਹੋਏ ਹੋ। ਦੇਖੋ, ਦਿੱਲੀ 'ਚ ਕੋਈ ਪਰਿਵਾਰ ਭੁੱਖਾ ਨਾ ਸੌਵੇ, ਇਹ ਸਾਡੀ ਚਿੰਤਾ ਹੈ। ਇਹ ਗੁਰੂ ਦਾ ਘਰ ਉਹ ਆ ਜਿਸ ਨੇ ਹਜ਼ਾਰਾਂ ਲੱਖਾਂ ਲੋਕਾਂ ਦੀ ਬਿਮਾਰੀਆਂ ਦਾ ਨਿਵਾਰਨ ਕੀਤਾ, ਭੁੱਖਿਆਂ ਦੇ ਘਰ ਤੱਕ ਰੋਟੀ ਪਹੁੰਚਾਈ ਹੈ। ਇਹ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਟੁੱਟਣਾ ਨਹੀਂ ਚਾਹੀਦਾ, ਸਾਡਾ ਫਰਜ਼ ਬਣਦਾ। ਕੱਲ ਜਦੋਂ ਸਾਡੀ ਅਨਾਉਂਸਮੈਂਟ ਹੋਈ ਆ, ਜਿਹੜੇ ਲੋਕ ਪਿਛਲੇ ਕੋਵਿਡ ਦੇ ਦੌਰਾਨ, ਲਾਕਡਾਊਨ ਦੇ ਦੌਰਾਨ ਲੰਗਰਾਂ ਤੇ ਨਿਰਭਰ ਸੀ, ਜਿਨ੍ਹਾਂ ਦੇ ਘਰ, ਉਹਨਾਂ ਦੇ ਫੋਨ ਸਾਡੇ ਸਟਾਫ ਨੂੰ ਸਿੱਧੇ ਆਉਣ ਲੱਗ ਪਏ, ਸਾਨੂੰ ਖਾਣਾ ਭਿਜਵਾਓ, ਸਾਡੇ ਕੋਲ ਰੋਟੀ ਨਹੀਂ। ਕਿਉਂਕਿ ਬਹੁਤ ਸਾਰੇ ਦਿੱਲੀ 'ਚ ਕੀਰਤੀ ਸਿੰਘ ਨੇ ਜਿਹੜੇ ਸਵੇਰੇ ਕਮਾਉਂਦੇ ਨੇ ਤੇ ਰਾਤੀ ਖਾਂਦੇ ਨੇ, ਉਹਨਾਂ ਕੋਲ ਕੋਈ ਸਾਧਨ ਨਹੀਂ ਹੈਗੇ। ਹੁਣ ਅਸੀਂ ਬੜਾ ਹੈਰਾਨ ਹੋਇਆ ਮੈਂ ਜਦੋਂ ਮੈਂ ਸਵੇਰੇ ਆ ਕੇ ਦੇਖਿਆ, ਮੈਂ ਸੋਚ ਰਿਹਾ ਸੀ ਖਾਲੀ ਪੈਕਿੰਗ ਵਾਲੇ ਲੋਕਾਂ ਨੂੰ ਭਿਜਵਾਉਣਾ ਅਜੇ, ਪਰ ਇਹਨਾਂ ਦੱਸਿਆ ਕਿ ਕਈ ਹਜ਼ਾਰਾਂ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਨੇ ਤੇ ਹੁਣ ਤਕਰੀਬਨ 15-20 ਹਜ਼ਾਰ ਲੋਕਾਂ ਦਾ ਲੰਗਰ ਅੱਜ ਬਣ ਕੇ ਜਾ ਰਿਹਾ। ਜੇ ਡਿਮਾਂਡ ਹੋਰ ਵਧੂ ਹੋਰ ਵੀ ਦਿਆਂਗੇ, ਸੇਵਾ ਸਾਡਾ ਫਰਜ਼ ਬਣਦਾ ਹੈ। ਕਿਹਾ ਜਾ ਸਕਦਾ ਸਿਆਸਤ ਤੋਂ ਪਰੇ ਹਟ ਕੇ ਜਦੋਂ ਵੀ ਲੋੜ ਹੋਏਗੀ ਤਾਂ DSGMC ਵੱਲੋਂ ਜਾਂ ਜੇਕਰ ਗੱਲ ਕੀਤੀ ਜਾਵੇ ਪੂਰੀ ਸਿੱਖ ਕਮਿਊਨਿਟੀ ਵੱਲੋਂ ਐਦਾਂ ਹੀ ਹਿਊਮੈਨਿਟੀ ਦੀ ਸੇਵਾ ਜਿਹੜੀ ਕਿ ਉਹ ਕੀਤੀ ਜਾਊਗੀ। ਇਹ ਸਿੱਖ ਦੀ ਭਾਵਨਾ ਹੀ ਇਹ ਆ, ਔਰ ਸਿੱਖ ਦੀ ਕੀ ਭਾਵਨਾ ਹੈ, ਇਹ ਸਾਡਾ ਫਰਜ਼ ਵੀ ਬਣਦਾ ਲੋਕਾਂ ਤੱਕ ਪਹੁੰਚਾਉਣਾ। ਮੈਂ ਨਹੀਂ, ਮੇਰੇ ਜੋ ਕੋਈ ਬੰਦਾ ਉਹ ਵੀ ਸੇਵਾ ਹੀ ਕਰੂਗਾ, ਇਹ ਮਾਨਵਤਾ ਦੀ ਸੇਵਾ ਹੈ। ਜ਼ਰੂਰਤਮੰਦ ਲੋਕਾਂ ਨੂੰ ਲੰਗਰ ਪਹੁੰਚਾਉਣ ਲਈ ਇੱਕ ਵੱਖਰੀ ਸੇਵਾ ਸ਼ੁਰੂ ਕੀਤੀ ਗਈ ਹੈ। ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇੱਕ ਹੈਲਪਲਾਈਨ ਨੰਬਰ ਜਨਤਕ ਕੀਤਾ ਗਿਆ ਹੈ। ਉਹਨਾਂ ਨੰਬਰਾਂ ਤੇ ਕਾਲ ਕਰਨ ਤੋਂ ਬਾਅਦ ਕੁਝ ਮਿੰਟਾਂ ਵਿੱਚ ਕਮੇਟੀ ਦੇ ਸੇਵਾਦਾਰ ਦਿੱਲੀ ਦੇ ਵਿੱਚ ਵਸਦੇ ਵੱਖ-ਵੱਖ ਕੋਨਿਆਂ ਵਿੱਚ ਰਹਿੰਦੇ ਉਹਨਾਂ ਲੋਕਾਂ ਤੱਕ ਲੰਗਰ ਪਹੁੰਚਾਉਣ ਦਾ ਕੰਮ ਕਰਦੇ ਨੇ ਜੋ ਇੱਕ ਵੱਡੀ ਉਮੀਦ ਨਾਲ ਫੋਨ ਕਾਲ ਕਰਦੇ ਨੇ। ਤਾਂ ਹੁਣ ਜਿਵੇਂ ਕਿ ਅਸੀਂ ਤੁਹਾਨੂੰ ਦਿਖਾਇਆ ਕਿ ਲੰਗਰ ਕਿਸ ਤਰੀਕੇ ਨਾਲ ਤਿਆਰ ਕੀਤਾ ਗਿਆ, ਕਿਸ ਤਰੀਕੇ ਦੇ ਨਾਲ ਹਾਈਜੀਨਿਕ ਤਰੀਕੇ ਦੇ ਨਾਲ ਪੈਕ ਕੀਤਾ ਗਿਆ, ਤਾਂ ਉਸ ਤੋਂ ਬਾਅਦ ਹੁਣ ਲੰਗਰ ਜ਼ਰੂਰਤਮੰਦ ਲੋਕਾਂ ਤੱਕ ਜਿਹੜਾ ਕਿ ਉਹ ਭੇਜਿਆ ਜਾ ਰਿਹਾ ਤੇ ਉਹਦੇ ਲਈ ਕੀ ਕੁਝ ਪ੍ਰੋਵੀਜ਼ਨਸ ਇੱਥੇ ਮੌਜੂਦ ਨੇ। ਗੱਲਬਾਤ ਕਰਾਂਗੇ ਭਾਜੀ, ਕਿਵੇਂ ਭੇਜਿਆ ਜਾ ਰਿਹਾ ਘਰਾਂ ਤੱਕ, ਕਿਹੜੇ ਤੁਹਾਨੂੰ ਕਿਵੇਂ ਪਤਾ ਚੱਲੂਗਾ ਕਿੱਥੇ ਲੋੜ ਹੈ ਕਿੱਥੇ ਨਹੀਂ? ਵੇਖੋ, ਘਰਾਂ ਵਾਲੀ ਤੇ ਸਾਡੇ ਨਾ ਹੈਲਪਲਾਈਨ ਨੰਬਰ ਦਿੱਤੇ ਹੋਏ ਨੇ, ਉਹਦੇ ਉੱਤੇ ਜਿਹੜੀ ਕਾਲਸ ਆਏਗੀ ਉਹਦੇ ਤੋਂ ਅਸੀਂ ਅਟੈਂਡ ਕਰਾਂਗੇ, ਉਹਨਾਂ ਦਾ ਐਡਰੈਸ ਵਗੈਰਾ ਨੋਟ ਕਰਾਂਗੇ ਤੇ ਉੱਥੇ ਸਾਡੇ ਗੁਰਦੁਆਰਾ ਸਾਹਿਬ ਵੱਲੋਂ ਜਿਹੜਾ ਵੀ ਸਿਸਟਮ ਆ ਉਹਦੇ ਰਾਹੀਂ ਲੰਗਰ ਪਹੁੰਚਾਇਆ ਜਾਏਗਾ। ਆ ਸੀਗੀ ਸੀ ਪੰਜਾਬ ਹਰਿਆਣਾ ਹਿਮਾਚਲ ਦੀ ਖਾਸ ਰਿਪੋਰਟ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ DSGMC ਵੱਲੋਂ ਉਹ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਦਿੱਲੀ ਦੇ ਜ਼ਰੂਰਤਮੰਦ ਲੋਕਾਂ ਤੱਕ, ਦਿੱਲੀ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਊਗਾ। ਕਿਉਂਕਿ DSGMC ਵੱਲੋਂ ਇੱਕ ਹੈਲਪਲਾਈਨ ਨੰਬਰ ਜਿਹੜਾ ਕਿ ਉਹ ਜਾਰੀ ਕੀਤਾ ਗਿਆ, ਜਿਹਦੇ ਉੱਤੇ ਕਾਲ ਕਰਨ ਤੋਂ ਬਾਅਦ ਲੋਕਾਂ ਦੇ ਘਰਾਂ ਤੱਕ, ਜ਼ਰੂਰਤਮੰਦ ਲੋਕਾਂ ਦੇ ਘਰਾਂ ਤੱਕ ਲੰਗਰ ਜਿਹੜਾ ਕਿ ਹੈ ਉਹ DSGMC ਵੱਲੋਂ ਪਹੁੰਚਾਇਆ ਜਾਊਗਾ। ਕੈਮਰਾਮੈਨ ਸੌਰਵ ਦੇ ਨਾਲ ਅਨਮੋਲ ਗੁਲਾਟੀ, ਜ਼ੀ ਮੀਡੀਆ, ਦਿੱਲੀ। ਤੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਹੈ। ਇੱਥੇ ਰੁਕਦੇ ਹਾਂ ਛੋਟੇ ਜਿਹੇ ਵਕਫੇ ਦੇ ਲਈ।